ਗੁੱਡ ਈਵਨਿੰਗ ਸਟੂਡੈਂਟਸ। ਆਈ ਹੋਪ ਤੁਹਾਡੀ ਪੀਐਸ ਟੈਟ ਸੀਟੈਟ ਦੀ ਤਿਆਰੀ ਬਹੁਤ ਹੀ ਚੱਲਦੀ ਪਈ ਹੋਏਗੀ। ਅੱਜ ਆਪਾਂ ਸਾਇੰਸ ਦੀ ਪੈਡਾਗੋਜੀ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਕਰਨ ਲੱਗੇ ਹਾਂ, ਜਿਹਦਾ ਨਾਮ ਹੈ ਮੈਥਡਸ ਆਫ ਟੀਚਿੰਗ ਸਾਇੰਸ। ਅੱਜ ਦੀ ਇਹ ਵੀਡੀਓ ਸਾਰਿਆਂ ਲਈ ਇਕੁਅਲੀ ਇੰਪੋਰਟੈਂਟ ਆ। ਜਿੰਨੇ ਵੀ ਟੀਚਿੰਗ ਐਗਜ਼ਾਮ ਹੁੰਦੇ ਨੇ ਜਿਹਦੇ ਵਿੱਚ ਸਾਇੰਸ ਦੀ ਪੈਡਾਗੋਜੀ ਪੁੱਛੀ ਜਾਂਦੀ ਆ, ਕਿਉਂਕਿ ਮੈਥਡਸ ਆਫ ਟੀਚਿੰਗ ਤਾਂ ਹਰੇਕ ਪੇਪਰ ਦੇ ਵਿੱਚ ਆਉਂਦੇ ਨੇ। ਤਾਂ ਸ਼ੁਰੂ ਕਰਦੇ ਹਾਂ ਜੀ ਆਪਾਂ ਸਭ ਤੋਂ ਪਹਿਲੇ ਮੈਥਡ ਤੋਂ, ਜਿਹਦਾ ਨਾਮ ਹੈ ਆਬਜ਼ਰਵੇਸ਼ਨ ਮੈਥਡ। ਹੁਣ ਆਬਜ਼ਰਵੇਸ਼ਨ ਮੈਥਡ ਆਪਦੇ ਵਿੱਚ ਹੀ ਬਹੁਤ ਇੰਪੋਰਟੈਂਟ ਆ, ਕਿਉਂਕਿ ਛੋਟੇ ਹੁੰਦੇ ਤੋਂ ਜੋ ਛੋਟੇ ਬੱਚੇ ਹੁੰਦੇ ਆ ਉਦੋਂ ਤੋਂ ਹੀ ਆਪਾਂ ਆਸ-ਪਾਸ ਚੀਜ਼ਾਂ ਨੂੰ ਅਬਜ਼ਰਵ ਕਰਕੇ ਸਿੱਖਦੇ ਹਾਂ। ਸਭ ਤੋਂ ਜਿਹੜਾ ਪ੍ਰਾਇਮਰੀ ਆਪਣੇ ਜਿਹੜਾ ਮੈਥਡ ਨਿਕਲ ਕੇ ਆਉਂਦਾ ਆਬਜ਼ਰਵੇਸ਼ਨ ਮੈਥਡ, ਆਪਣੀ ਪ੍ਰਾਇਮਰੀ ਸਟੇਜ ਦੇ ਵਿੱਚ ਹੀ ਹੁੰਦਾ ਇਹ। ਤੇ ਇਹ ਜਿਹੜਾ ਮੈਥਡ ਲਰਨਿੰਗ ਦੇ ਲਈ ਬਹੁਤ ਇਫੈਕਟਿਵ ਆ। ਜੇ ਇਹਨੂੰ ਵਧੀਆ ਤਰੀਕੇ ਨਾਲ ਗਾਈਡੈਂਸ ਕਹਿ ਲਓ, ਟੀਚਰ ਦੀ ਗਾਈਡੈਂਸ ਦੇ ਵਿੱਚ ਨਾਲ ਆਪਾਂ ਨੂੰ ਦਿੱਤਾ ਜਾਵੇ ਤਾਂ ਇਹ ਇਫੈਕਟਿਵ ਹੋ ਜਾਂਦੀ ਹੈ। ਹੁਣ ਆਬਜ਼ਰਵੇਸ਼ਨ ਦਾ ਮਤਲਬ ਹੀ ਹੁੰਦਾ ਕਿਸੇ ਨਵੀਂ ਚੀਜ਼ ਨੂੰ ਦੇਖਣਾ। ਤਾਂ ਬੱਚੇ ਜਦੋਂ ਨਵੀਂ ਜਗ੍ਹਾ 'ਤੇ ਜਾ ਕੇ ਕਿਸੇ ਚੀਜ਼ ਨੂੰ ਦੇਖਦੇ ਨੇ, ਭਾਵੇਂ ਤਾਂ ਉਹ ਕਿਲੇ ਹੋ ਗਏ, ਸਮਾਰਕ ਹੋ ਗਏ, ਦੈਨ ਹਿਲ ਸਟੇਸ਼ਨ ਹੋ ਗਏ, ਤਾਂ ਉੱਥੇ ਉਹ ਕੀ ਕਰ ਰਹੇ ਨੇ, ਉਹ ਆਬਜ਼ਰਵ ਹੀ ਕਰ ਰਹੇ ਨੇ। ਤਾਂ ਸਾਰਾ ਕੁਝ ਆਬਜ਼ਰਵੇਸ਼ਨ ਦੇ ਵਿੱਚ ਆ ਜਾਊਗਾ। ਤਾਂ ਦੂਜੀ ਗੱਲ ਆ ਜਾਂਦੀ ਹੈ ਇਹਦੇ ਵਿੱਚ, ਹੁਣ ਆਪਾਂ ਸਟੂਡੈਂਟਸ ਕੀ ਕਰਦੇ ਨੇ, ਬੱਚੇ ਕੀ ਕਰਦੇ ਨੇ, ਉਹਨੂੰ ਦੇਖਦੇ ਨੇ, ਸੁਣਦੇ ਨੇ, ਐਗਜ਼ਾਮਿਨ ਕਰਦੇ ਨੇ, ਡਾਟਾ ਨੂੰ ਗੈਦਰ ਕਰਦੇ ਆ, ਫਿਰ ਕੁਐਸਚਨ ਪੁੱਛਦੇ ਨੇ ਉਹ। ਤਾਂ ਇਸੇ ਕਰਕੇ ਕਹਿੰਦੇ ਨੇ ਆਪਾਂ ਗਾਈਡੈਂਸ ਜਿਹੜੀ ਇੰਪੋਰਟੈਂਟ ਹੋ ਜਾਂਦੀ ਹੈ ਇਹਦੇ ਵਿੱਚ। ਜੇ ਮੈਂ ਗੱਲ ਕਰਾਂ ਦੀ ਟੈਕਨੀਕਸ ਦੀ, ਵੀ ਕਿਸ ਟੈਕਨੀਕ ਜਿਹੜੀ ਵਰਤੀ ਜਾਂਦੀ ਹੈ ਆਬਜ਼ਰਵੇਸ਼ਨ ਮੈਥਡ ਦੇ ਵਿੱਚ, ਤਾਂ ਸਭ ਤੋਂ ਪਹਿਲੀ ਆ ਜਾਂਦੀ ਹੈ ਫੀਲਡ ਟ੍ਰਿਪ। ਜਿਹੜੇ ਫੀਲਡ ਟ੍ਰਿਪਸ ਨੂੰ ਕੀ ਬੋਲਦੇ ਆਪਾਂ, ਕਿਸੇ ਜਗ੍ਹਾ ਦੇ ਉੱਤੇ ਐਕਚੁਅਲ ਦੇ ਵਿੱਚ ਵਿਜ਼ਿਟ ਕਰਨਾ। ਫਿਰ ਸੈਕੰਡ ਆ ਜਾਂਦਾ ਕਮਿਊਨਿਟੀ ਸਰਵੇਸ ਕਰਨਾ ਕਮਿਊਨਿਟੀ ਦੇ। ਤੇ ਉਸ ਤੋਂ ਬਾਅਦ ਕਮਿਊਨਿਟੀ ਸਰਵਿਸ ਪ੍ਰੋਜੈਕਟਸ। ਇਹਦੇ 3 ਟੈਕਨੀਕਸ ਹੁੰਦੀਆਂ ਨੇ ਕਿਹਦੀਆਂ, ਆਬਜ਼ਰਵੇਸ਼ਨ ਮੈਥਡ ਦੀਆਂ। ਹੁਣ ਆਬਜ਼ਰਵ ਮੈਂ ਤੁਹਾਨੂੰ ਦੱਸਿਆ ਜਿਵੇਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹਾਂ ਆਪਾਂ, ਕਿਸ ਜਗ੍ਹਾ ਦੇ ਉੱਤੇ ਵਿਜ਼ਿਟ ਕਰਕੇ ਵੀ ਕਰ ਸਕਦੇ ਹਾਂ, ਉਹਦੇ ਰਿਲੇਟਡ ਫੈਕਟਸ ਨੂੰ, ਜਿਹੜਾ ਡਾਟਾ ਕਿਤੋਂ ਵੀ ਇਕੱਠਾ ਕਰ ਸਕਦੇ ਹਾਂ ਆਪਾਂ। ਤਾਂ ਇਸ ਨੂੰ ਬੋਲਦੇ ਆਪਾਂ ਆਬਜ਼ਰਵੇਸ਼ਨ ਮੈਥਡ। ਇਹ ਸਾਇੰਸ ਦੇ ਨਾਲ ਨਾਲ ਸੋਸ਼ਲ ਸਾਇੰਸ ਦੇ ਵਿੱਚ ਵੀ ਕੰਮ ਆਉਂਦਾ, ਤੇ ਇਕੱਲਾ ਹੀ ਸਾਇੰਸ ਦੇ ਵਿੱਚ ਨਹੀਂ, ਬਾਕੀ ਹੋਰ ਸਬਜੈਕਟਾਂ ਵਿੱਚ ਵੀ ਦੇਖਣ ਨੂੰ ਮਿਲਦਾ ਆਬਜ਼ਰਵੇਸ਼ਨ ਮੈਥਡ। ਤੇ ਇਹਦੀਆਂ ਟੈਕਨੀਕਸ ਤੁਸੀਂ ਆਹ 3 ਯਾਦ ਰੱਖਣੀਆਂ ਨੇ: ਫੀਲਡ ਟ੍ਰਿਪਸ, ਕਮਿਊਨਿਟੀ ਸਰਵੇਸ ਤੇ ਕਮਿਊਨਿਟੀ ਸਰਵਿਸ ਪ੍ਰੋਜੈਕਟਸ। ਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਐਕਸਪੈਰੀਮੈਂਟ ਮੈਥਡ ਦੀ। ਹੁਣ ਐਕਸਪੈਰੀਮੈਂਟ ਮੈਥਡ ਉਹੀ ਆ ਵੀ ਕਰਕੇ ਸਿੱਖਣਾ, ਐਕਸਪੈਰੀਮੈਂਟਲੀ ਚੀਜ਼ਾਂ ਨੂੰ ਦੇਖਣਾ, ਆਬਜ਼ਰਵ ਕਰਨਾ, ਰਿਜ਼ਲਟ ਨੂੰ ਫਾਈਂਡ ਕਰਨਾ ਖੁਦ। ਤਾਂ ਇਹਦੇ ਵਿੱਚ ਹੁੰਦਾ ਕੀ ਆ, ਟੀਚਰ ਮਤਲਬ ਕਿਸੇ ਤਰ੍ਹਾਂ ਦਾ ਕੋਈ ਲੈਕਚਰ ਨਹੀਂ ਦਿੰਦਾ, ਨਾ ਹੀ ਕੋਈ ਡੈਮੋਸਟ੍ਰੇਸ਼ਨ ਦਿੰਦਾ। ਬੱਚੇ ਨੂੰ ਕੀ ਆ, ਖੁਦ ਉਹ ਚੀਜ਼ ਕਰਵਾਈ ਜਾਂਦੀ ਆ, ਇਨਕਰੇਜ ਕੀਤਾ ਜਾਂਦਾ ਵੀ ਉਹ ਪ੍ਰਿੰਸੀਪਲ ਤੇ ਲਾਜ਼ ਨੂੰ ਖੁਦ ਪ੍ਰੂਫ ਕਰ ਸਕਣ, ਖੁਦ ਡਰਾਈਵ ਕਰ ਸਕਣ। ਬਟ ਹੁੰਦਾ ਕੀ ਇਹਦੇ ਵਿੱਚ, ਬੱਚੇ ਨੂੰ ਇਕੁਇਪਮੈਂਟ ਦੇ ਦਿੰਦੇ ਆਪਾਂ ਸਾਰੇ, ਜਿੰਨਾ ਵੀ ਨੈਸੈਸਰੀ ਮਟੀਰੀਅਲ ਹੁੰਦਾ ਕਿਸੇ ਐਕਸਪੈਰੀਮੈਂਟ ਨੂੰ ਪ੍ਰੂਫ ਕਰਨ ਵਾਸਤੇ ਜਾਂ ਪਰਫਾਰਮ ਕਰਨ ਵਾਸਤੇ। ਤੇ ਉਹਨਾਂ ਨੂੰ ਇੱਕ ਬੇਸਿਕ ਇੰਸਟਰਕਸ਼ਨਸ ਦੇ ਦਿੰਦੇ ਆਪਾਂ ਵੀ ਇਸ ਡਾਟੇ ਨੂੰ ਆਪਾਂ ਇਸ ਤਰੀਕੇ ਨਾਲ ਯੂਜ਼ ਕਰਨਾ। ਪਰ ਸਟੂਡੈਂਟ ਇਸ 'ਚ ਖੁਦ ਪਰਫਾਰਮ ਕਰਦਾ, ਆਪਾਂ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਉਹਨੂੰ ਹੈਲਪ ਨਹੀਂ ਪ੍ਰੋਵਾਈਡ ਕਰਦੇ। ਬੱਚਾ ਜਿਹੜਾ ਖੁਦ ਕਰਦਾ, ਭਾਵੇਂ ਉਹ ਸਹੀ ਕਰੇ ਭਾਵੇਂ ਗਲਤ ਕਰੇ, ਬਸ ਆਪਾਂ ਜਸਟ ਉਹਨੂੰ ਸਟਾਰਟਿੰਗ 'ਚ ਇੰਸਟਰਕਸ਼ਨ ਦੇ ਦਿੰਦੇ ਹਾਂ। ਫਿਰ ਉਹ ਆਪਦੇ ਤਰੀਕੇ ਨਾਲ ਗੈਦਰ ਕਰਦਾ ਡਾਟਾ ਸਾਰਾ, ਜਿੰਨਾ ਵੀ ਐਕਸਪੈਰੀਮੈਂਟ ਕਰਕੇ ਫਿਰ ਉਹ ਇੱਕ ਰਿਜ਼ਲਟ ਦੇ ਉੱਤੇ ਪਹੁੰਚਦਾ। ਤਾਂ ਇਸ ਮੈਥਡ ਨੂੰ ਬੋਲਦੇ ਆਪਾਂ ਐਕਸਪੈਰੀਮੈਂਟ ਮੈਥਡ। ਹੁਣ ਐਕਸਪੈਰੀਮੈਂਟ ਮੈਥਡ ਦੀ ਸਟੇਜਿਸ ਦੀ ਗੱਲ ਕਰੀਏ ਤਾਂ ਆਹ ਸਟੇਜਿਸ ਨੇ, ਇਹ ਮੋਸਟ ਇੰਪੋਰਟੈਂਟ ਨੇ ਪੇਪਰ ਦੇ ਹਿਸਾਬ ਨਾਲ। ਮੋਸਟ ਇੰਪੋਰਟੈਂਟ। ਇਹ ਪੇਪਰ ਦੇ ਵਿੱਚ ਤੁਹਾਨੂੰ ਸੀਕੁਐਂਸ ਵੀ ਪੁੱਛ ਸਕਦਾ ਇਹਦਾ, ਤੇ ਕਿਸੇ ਚੀਜ਼ ਦਾ ਮਤਲਬ ਵੀ ਪੁੱਛ ਸਕਦਾ। ਹੁਣ ਸਭ ਤੋਂ ਪਹਿਲਾ ਸਟੈਪ ਆ ਜਾਂਦਾ ਪ੍ਰੋਬਲਮ। ਵੀ ਜਿਹੜੀ ਪ੍ਰੋਬਲਮ ਹੁੰਦੀ ਆ, ਉਹ ਬੱਚੇ ਨੂੰ ਆਪਾਂ ਜਾਣੂ ਕਰਵਾਉਣੇ ਆ। ਬੱਚੇ ਨੂੰ ਕਹਿੰਦੇ ਆ ਵੀ ਆਹ ਪ੍ਰੋਬਲਮ ਆ, ਇਹਦਾ ਸੋਲੂਸ਼ਨ ਕਰਨਾ। ਪਹਿਲਾਂ ਤਾਂ ਪ੍ਰੋਬਲਮ ਬਾਰੇ ਪਤਾ ਹੋਊ, ਫਿਰ ਬੱਚਾ ਕੀ ਕਰਦਾ, ਹਾਈਪੋਥੀਸਿਸ ਲਾਉਂਦਾ, ਮਤਲਬ ਅਨੁਮਾਨ ਲਾਉਂਦਾ ਉਸ ਪ੍ਰੋਬਲਮ ਬਾਰੇ ਵੀ ਇਸ ਪ੍ਰੋਬਲਮ ਦਾ ਕੀ ਹੱਲ ਨਿਕਲ ਸਕਦੇ ਆ। ਉਹਨੂੰ ਸੋਚਦਾ, ਪਹਿਲਾਂ ਪ੍ਰੋਬਲਮ ਨੂੰ ਹੀ ਇਨਫਰ ਕਰਦਾ, ਹਾਈਪੋਥੀਸਿਸ ਲਗਾਉਂਦਾ। ਫਿਰ ਜਿਹੜੇ ਹਾਈਪੋਥੀਸਿਸ ਉਹਨੇ ਸੋਚੇ ਸੀਗੇ, ਮਤਲਬ ਸੋਚਿਆ ਸੀ ਵੀ ਕਿਸ ਤਰੀਕੇ ਨਾਲ ਸੋਲਵ ਕਰਨਾ, ਫਿਰ ਉਹ ਟੈਸਟ ਕਰਕੇ ਦੇਖਦਾ ਉਹਨਾਂ ਨੂੰ। ਟੈਸਟ ਕਿਵੇਂ ਕਰੂਗਾ, ਫਿਰ ਉਹ ਡਾਟਾ ਕਲੈਕਟ ਕਰੂਗਾ ਟੈਸਟ ਕਰਕੇ ਅੱਡ-ਅੱਡ। ਜਿਹੜਾ ਡਾਟਾ ਉਹਨੂੰ ਲੱਗੂਗਾ ਵੀ ਸਹੀ ਆ, ਉਹਨੂੰ ਇੰਟਰਪ੍ਰੇਟ ਕਰੂਗਾ, ਮਤਲਬ ਉਹਨੂੰ ਜਾਂਚੂਗਾ ਡਾਟੇ ਨੂੰ, ਜਿੰਨੇ ਵੀ ਡਾਟੇ ਨਿਕਲ ਕੇ ਆਉਣਗੇ। ਫਿਰ ਉਹ ਕਨਕਲੂਜਨ ਦੇ ਉੱਤੇ ਪਹੁੰਚ ਜੂਗਾ। ਤਾਂ ਇਹ 6 ਸਟੈਪ ਜਿਹੜੇ ਨੇ ਉਹ ਫੋਲੋ ਕਰਦਾ ਇੱਕ ਐਕਸਪੈਰੀਮੈਂਟ ਮੈਥਡ ਦੇ ਵਿੱਚ। ਤੇ ਪੇਪਰ ਦੇ ਵਿੱਚ ਹੁਣ ਕਈ ਵਾਰੀ ਕੀ ਹੁੰਦਾ, ਜਿਹੜੇ ਤੀਜੇ, ਚੌਥੇ, ਪੰਜਵੇਂ ਨੇ, ਆਹ ਤਿੰਨੇ ਜਿਹੜੇ ਨੇ ਕੰਬਾਈਨ ਕਰਕੇ ਇਹਨੂੰ ਐਕਸਪੈਰੀਮੈਂਟ ਬੋਲ ਦਿੰਦੇ ਆ। ਤਾਂ ਇਹ ਕਨਫਿਊਜ਼ ਨਹੀਂ ਹੋਣਾ ਤੁਸੀਂ। ਪ੍ਰੋਬਲਮ, ਹਾਈਪੋਥੀਸਿਸ ਤੋਂ ਬਾਅਦ ਐਕਸਪੈਰੀਮੈਂਟ, ਫਿਰ ਸਿੱਧਾ ਕਨਕਲੂਜਨ। ਇਹ ਵੀ 4 ਸਟੈਪਾਂ ਦੇ ਵਿੱਚ ਪੇਪਰ ਦੇ ਵਿੱਚ ਪੁੱਛ ਸਕਦਾ। ਐਕਸਪੈਰੀਮੈਂਟ ਮੈਥਡ ਦੇ ਜਿਹੜੇ ਸਟੈਪ ਨੇ, ਇਹਨੂੰ ਸੀਕੁਐਂਸ ਵਾਈਜ਼ ਵੀ ਪੁੱਛ ਸਕਦਾ ਤੁਹਾਡੇ ਤੋਂ। ਮਤਲਬ ਕੀ ਆ, ਸ਼ਫਲਿੰਗ ਕਰਕੇ ਦੇ ਦੂਗਾ, ਤੁਸੀਂ ਸੀਕੁਐਂਸ ਦੱਸਣਾ ਉਹ ਕਿਵੇਂ ਆ। ਪਹਿਲਾਂ ਪ੍ਰੋਬਲਮ, ਫਿਰ ਹਾਈਪੋਥੀਸਿਸ, ਫਿਰ ਐਕਸਪੈਰੀਮੈਂਟ, ਦੈਨ ਕਨਕਲੂਜਨ। ਤੇ ਜੇ ਇਹ ਸਾਰੇ ਪੁੱਛ ਲਏ ਤਾਂ ਪ੍ਰੋਬਲਮ ਬਾਅਦ ਹਾਈਪੋਥੀਸਿਸ, ਟੈਸਟਿੰਗ ਆਫ ਹਾਈਪੋਥੀਸਿਸ ਤੇ ਕਲੈਕਸ਼ਨ ਆਫ ਡਾਟਾ ਐਂਡ ਇੰਟਰਪ੍ਰੀਟੇਸ਼ਨ ਆਫ ਡਾਟਾ, ਫਿਰ ਕਨਕਲੂਜਨ। ਤਾਂ ਇਹ ਤੁਸੀਂ ਸੀਕੁਐਂਸ ਯਾਦ ਰੱਖਣਾ ਮੋਸਟ ਇੰਪੋਰਟੈਂਟ ਆ। ਆਈ ਹੋਪ ਤੁਹਾਨੂੰ ਇਹ ਸਮਝ ਲੱਗ ਗਿਆ ਹੋਊਗਾ, ਇਹ 'ਚ ਮੈਨੂੰ ਨਹੀਂ ਲੱਗਦਾ ਕੋਈ ਦਿੱਕਤ ਵਾਲੀ ਗੱਲ ਆ। ਪਰ ਇਸ ਤੋਂ ਬਾਅਦ ਜੇ ਮੈਂ ਹੁਣ ਗੱਲ ਕਰਾਂ ਇਹਦੇ ਸਟੈਪ ਤੋਂ ਬਾਅਦ ਮੈਰਿਟਸ ਤੇ ਡੀਮੈਰਿਟਸ ਦੀ, ਮਤਲਬ ਇਹਦੀਆਂ ਜਿਹੜੀਆਂ ਨੇ ਐਡਵਾਂਟੇਜ ਕਹਿ ਲਓ, ਜਾਂ ਇਹਦੀਆਂ ਕਹਿ ਲਓ ਵੀ ਕੀ ਖਾਸੀਅਤ ਨੇ। ਫਿਰ ਇਸ ਤੋਂ ਬਾਅਦ ਇਹਦੀਆਂ ਡਿਸਐਡਵਾਂਟੇਜ ਜਾਂ ਕਮੀਆਂ ਦੀ ਗੱਲ ਕਰਾਂਗੇ ਆਪਾਂ। ਪਹਿਲਾਂ ਐਡਵਾਂਟੇਜ ਦੀ ਗੱਲ ਕਰ ਲੈਂਦੇ ਹਾਂ। ਪਹਿਲਾਂ ਤਾਂ ਜਿਹੜੇ ਐਡਵਾਂਟੇਜ ਆ, ਉਹ ਐਕਸਪੈਰੀਮੈਂਟ ਮੈਥਡ ਦੀ ਕੀ ਹੈਗੀ ਆ, ਵੀ ਇਹ ਸਾਈਕੋਲੋਜੀਕਲ ਮੈਥਡ ਆ ਇੱਕ ਤਰ੍ਹਾਂ ਦਾ। ਬੱਚਾ ਹੁਣ ਜਿੰਨੀ ਵੀ ਬੱਚੇ ਸਾਹਮਣੇ ਪ੍ਰੋਬਲਮ ਰੱਖ ਦਿਓ, ਭਾਵੇਂ 10 ਬੱਚੇ ਨੇ, ਉਹ ਹਰੇਕ ਪ੍ਰੋਬਲਮ ਜਿਹੜੀ ਉਹਨੂੰ ਦੱਸੀ ਆਪਾਂ, ਇੱਕ ਪ੍ਰੋਬਲਮ, ਹਰੇਕ ਬੱਚਾ ਉਸ ਨੂੰ ਕੀ ਕਰੂ, ਆਪਦੇ ਤਰੀਕੇ ਨਾਲ ਦੇਖੂਗਾ, ਆਪਦੇ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੂਗਾ ਉਹ। ਤਾਂ ਇੱਥੇ ਸਾਈਕੋਲੋਜੀਕਲ ਮੈਥਡ ਆ, ਮਤਲਬ ਹਰੇਕ ਆਪਦੀ ਸਾਈਕੋਲੋਜੀ ਲਗਾਊਗਾ ਇੱਥੇ। ਤੇ ਜਿਹੜੀ ਇਹਦੇ ਇੱਕ ਹੋਰ ਫਾਇਦਾ, ਮਤਲਬ ਇਹਦੀ ਐਡਵਾਂਟੇਜ ਕੀ ਹੋ ਸਕਦੀ ਆ, ਵੀ ਇਹਦੇ 'ਚ ਉਹਦੀਆਂ ਪ੍ਰੈਕਟੀਕਲ ਸਕਿੱਲ ਡਿਵੈਲਪ ਹੋ ਰਹੀਆਂ ਬੱਚੇ ਦੀਆਂ।
ਪ੍ਰੋਫੀਸ਼ੀਐਂਸੀ ਆ ਰਹੀ ਹੈ ਉਹਦੇ 'ਚ ਹੁਣ ਜਿੰਨੇ ਵੱਧ ਐਕਸਪੈਰੀਮੈਂਟ ਕਰੂਗਾ ਉਹ, ਜਿਵੇਂ ਸਿੰਪਲ ਮੈਥ ਦੀ ਗੱਲ ਕਰ ਲਈਏ, ਮੈਥ ਦੇ ਵਿੱਚ ਤੁਸੀਂ ਜਿੰਨੇ ਜ਼ਿਆਦਾ ਸਮ ਸੋਲਵ ਕਰੋਗੇ ਉਹਦੀ ਤੁਹਾਡੀ ਪ੍ਰੈਕਟਿਸ ਹੋਊਗੀ, ਪ੍ਰੈਕਟਿਸ ਦੇ ਨਾਲ ਕੀ ਤੁਸੀਂ ਹੋਰ ਬਿਹਤਰ ਬਣੋਗੇ, ਤੁਹਾਡੇ ਸਕਿੱਲਸ ਇੰਪਰੂਵ ਹੋਣਗੀਆਂ, ਤੁਹਾਡੇ ਆਨਸਰ ਜਿਹੜੇ ਉਹਨੇ ਜ਼ਿਆਦਾ ਕਰੈਕਟ ਹੋਣ ਦੇ ਚਾਂਸ ਹੋ ਜਾਣਗੇ ਪੇਪਰ ਦੇ ਵਿੱਚ, ਜਿੰਨੀ ਤੁਸੀਂ ਪ੍ਰੈਕਟਿਸ ਵੱਧ ਕੀਤੀ ਹੋਊਗੀ। ਫਿਰ ਕਲੈਰਿਟੀ ਆਊਗੀ, ਪਰਮਾਨੈਂਸੀ ਆਊਗੀ ਨੌਲੇਜ ਦੀ, ਜਿੰਨੇ ਵੱਧ ਐਕਸਪੈਰੀਮੈਂਟ ਕਰੂਗਾ ਬੱਚਾ ਉਨੇ ਉਹਦੇ ਕਨਸੈਪਟਸ ਨੂੰ ਲੈ ਕੇ ਕਲੈਰਿਟੀ ਜਿਹੜੀ ਹੈ ਵੱਧ ਆਊਗੀ। ਤਾਂ ਫਿਰ ਉਹਦੇ ਅੰਦਰ ਪ੍ਰੋਬਲਮ ਸੋਲਵਿੰਗ ਵੀ ਕਿਤੇ ਨਾ ਕਿਤੇ ਡਿਵੈਲਪ ਹੋਊਗੀ ਬੱਚੇ ਅੰਦਰ, ਵੀ ਉਹ ਪ੍ਰੋਬਲਮ ਨੂੰ ਦੇਖ ਕੇ ਭੱਜੂਗਾ ਨਹੀਂ, ਉਹ ਸਗੋਂ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੂਗਾ। ਤਾਂ ਇਹ ਸੀ ਐਡਵਾਂਟੇਜ। ਹੁਣ ਜੇ ਗੱਲ ਕਰ ਲਈਏ ਆਪਾਂ ਡਿਸਐਡਵਾਂਟੇਜ ਦੀ, ਹੁਣ ਡਿਸਐਡਵਾਂਟੇਜ ਕੀ ਹੈ, ਐਕਸਪੈਂਸਿਵ ਆ ਇਹ, ਕਿਉਂਕਿ ਹੁਣ ਇਕੁਇਪਮੈਂਟਸ ਜਿਹੜੇ ਹੁੰਦੇ ਨੇ ਕਈ ਵਾਰ ਕਾਫੀ ਮਹਿੰਗੇ ਵੀ ਹੁੰਦੇ ਨੇ, ਤਾਂ ਜ਼ਰੂਰੀ ਨਹੀਂ ਹੈਗਾ ਹਰੇਕ ਦੀ ਰੇਂਜ ਦੇ ਵਿੱਚ ਹੋਣ ਜਾਂ ਇੰਸਟੀਟਿਊਸ਼ਨ ਦੀ ਪਹੁੰਚ ਦੇ ਵਿੱਚ ਹੋਣ, ਹਰੇਕ ਸਕੂਲ ਉਹਨਾਂ ਨੂੰ ਅਫੋਰਡ ਕਰਾ ਪਾਏ, ਤਾਂ ਐਕਸਪੈਂਸਿਵ ਵੀ ਹੁੰਦੇ ਨੇ ਕਈ ਵਾਰੀ। ਦੂਜਾ ਹੋ ਗਿਆ ਵਾਇਬਲ ਹੈ ਨਹੀਂ ਗਾ ਇਹ ਹਰੇਕ ਥਾਂ 'ਤੇ, ਹਰੇਕ ਚੀਜ਼ ਨੂੰ ਆਪਾਂ ਐਕਸਪੈਰੀਮੈਂਟ ਤਰੀਕੇ ਨਾਲ ਨਹੀਂ ਕਰਾ ਸਕਦੇ, ਸਾਇੰਸ ਈਵਨ ਕਿ ਸਾਇੰਸ ਦੇ ਵਿੱਚ ਵੀ। ਤਾਂ ਕੁਛ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਪਹੁੰਚ ਤੋਂ ਬਾਹਰ ਹੁੰਦੀਆਂ ਨੇ। ਹੁਣ ਕਈ ਸਕੂਲ ਜਿਹੜੇ ਨੇ ਟੈਲੀਸਕੋਪ ਨਹੀਂ ਅਫੋਰਡ ਕਰ ਸਕਦੇ, ਉਹ ਨਹੀਂ ਉਹ ਇੰਨਾ ਖਰਚਾ ਹੁੰਦਾ ਇਹਨਾਂ ਦਾ ਕਿ ਉਹ ਬੱਚਿਆਂ ਨੂੰ ਹਰੇਕ ਨੂੰ ਉਹ ਚੀਜ਼ ਅਫੋਰਡ ਕਰਵਾ ਸਕਣ, ਤਾਂ ਇੱਥੇ ਕਿਤੇ ਨਾ ਕਿਤੇ ਐਕਸਪੈਂਸਿਵ ਬਹੁਤ ਵੱਡਾ ਪੁਆਇੰਟ ਆ। ਫਿਰ ਵਾਇਬਲ ਵੀ ਨਹੀਂ ਹੈਗਾ। ਫਿਰ ਜਿਹੜੀਆਂ ਬੱਚਿਆਂ ਤੋਂ ਜਿਹੜੀਆਂ ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਹੋ ਜਾਂਦੀਆਂ ਸਟੂਡੈਂਟਸ ਤੋਂ, ਜੋ ਕਿ ਬੱਚੇ ਖਰੇ ਨਹੀਂ ਉਤਰਦੇ ਆਪਦੀਆਂ ਐਕਸਪੈਕਟੇਸ਼ਨਸ 'ਤੇ। ਹੁਣ ਆਪਾਂ ਹਰੇਕ ਬੱਚੇ ਨੂੰ ਤਾਂ ਕਹਿ ਨਹੀਂ ਸਕਦੇ ਵੀ ਐਕਸਪੈਰੀਮੈਂਟ ਸਹੀ ਤਰੀਕੇ ਨਾਲ ਕਰ ਪਾਊਗਾ ਉਹ। ਇੱਥੇ ਵੇਸਟੇਜ ਆਫ ਟਾਈਮ ਵੀ ਹੁੰਦੀ ਹੈ, ਕਿਉਂਕਿ ਐਕਸਪੈਰੀਮੈਂਟ ਕਰਨ 'ਤੇ ਕਈ ਵਾਰ ਟਾਈਮ ਬਹੁਤ ਲੱਗਦਾ, ਅਤੇ ਪਰ ਸਿਲੇਬਸ ਜਿਹੜਾ ਹੈ ਉਹਦੇ ਲਈ ਤਾਂ ਇੱਕ ਫਿਕਸ ਟਾਈਮ ਹੁੰਦਾ ਆਪਣੇ ਕੋਲ, ਤਾਂ ਉੱਥੇ ਵੇਸਟੇਜ ਆਫ ਟਾਈਮ ਵੀ ਦਾ ਡਿਸਐਡਵਾਂਟੇਜ ਹੋ ਜੂਗੀ। ਤਾਂ ਇਹ ਸਾਰੀਆਂ ਡਿਸਐਡਵਾਂਟੇਜ ਤੁਹਾਨੂੰ ਦੱਸੀਆਂ ਮੈਂ ਕਾਹਦੀਆਂ, ਐਕਸਪੈਰੀਮੈਂਟ ਮੈਥਡ ਦੀਆਂ। ਆਈ ਹੋਪ ਤੁਹਾਨੂੰ ਸਾਰੀਆਂ ਕਲੀਅਰ ਹੋ ਗਈਆਂ ਹੋਣਗੀਆਂ। ਇਸ ਤੋਂ ਬਾਅਦ ਗੱਲ ਕਰੀਏ ਆਪਾਂ ਡਿਸਕਵਰੀ ਮੈਥਡ ਦੀ। ਹੁਣ ਡਿਸਕਵਰੀ ਮੈਥਡ ਬਹੁਤ ਇੰਪੋਰਟੈਂਟ ਆ ਆਪਦੇ ਆਪ ਦੇ ਵਿੱਚ ਹੀ, ਕਿਉਂਕਿ ਇਹ ਹਰੇਕ ਪੇਪਰ ਦੇ ਵਿੱਚ ਕਹਿ ਲਓ ਸਬਜੈਕਟ ਦੇ ਵਿੱਚ, ਜਿਵੇਂ ਭਾਵਾਂ ਦਾ ਗੱਲ ਕਰ ਲਈਏ ਆਪਾਂ, CDP ਦੇ ਪੈਡਾਗੋਜੀ ਦੇ ਵਿੱਚ ਵੀ ਪੁੱਛਿਆ ਜਾਂਦਾ, ਅਤੇ ਮੈਥ ਸਾਇੰਸ ਦੇ ਵਿੱਚ ਤਾਂ ਇਹ ਇੰਪੋਰਟੈਂਟ ਹੈਗਾ ਹੀ ਹੈਗਾ। ਡਿਸਕਵਰੀ ਮੈਥਡ ਦੀ ਜੇ ਮੈਂ ਸ਼ੁਰੂਆਤ ਦੀ ਗੱਲ ਕਰਾਂ, ਸਭ ਤੋਂ ਪਹਿਲਾਂ ਇਹ ਦਿੱਤਾ ਸੀਗਾ JS ਬਰੂਨਰ ਨੇ। ਤੁਸੀਂ ਇਹ ਨਾਮ ਯਾਦ ਰੱਖਣਾ, JS ਬਰੂਨਰ, ਇਹਨਾਂ ਨੇ ਦਿੱਤਾ ਸੀਗਾ ਡਿਸਕਵਰੀ ਮੈਥਡ। ਹੁਣ ਟੀਚਿੰਗ ਸਟ੍ਰੈਟਜੀ ਦੇ ਵਿੱਚ ਇਹਨਾਂ ਨੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਡਿਸਕਵਰੀ ਮੈਥਡ ਨੂੰ। ਡਿਸਕਵਰੀ ਮੈਥਡ ਨੂੰ ਹਿਊਰਿਸਟਿਕ ਵੀ ਬੋਲਿਆ ਜਾਂਦਾ, ਆਹ ਵਰਡ ਬਹੁਤ ਵਾਰੀ ਆਇਆ ਪਿਛਲੇ ਪੇਪਰਾਂ ਦੇ ਵਿੱਚ, ਤੁਸੀਂ ਪਿਛਲੇ ਪੇਪਰ ਚੱਕ ਕੇ ਦੇਖੇ ਹੋਣਗੇ PSTET ਦੇ ਖਾਸ ਕਰਕੇ। ਹਿਊਰਿਸਟਿਕ ਦਾ ਮਤਲਬ ਆਇਆ, ਇਹਦਾ ਮਤਲਬ ਹੁੰਦਾ ਟੂ ਡਿਸਕਵਰ। ਇਹ 2-3 ਵਾਰੀ ਆਇਆ ਹੋਇਆ ਪਿਛਲੇ ਪੇਪਰਾਂ ਦੇ ਵਿੱਚ, ਤਾਂ ਤੁਸੀਂ ਇਹਨੂੰ ਯਾਦ ਰੱਖਣਾ। ਹਿਊਰਿਸਟਿਕ ਅਪਰੋਚ ਬਾਰੇ, ਡਿਸਕਵਰੀ ਬਾਰੇ ਇਹਨਾਂ ਨੇ ਟਰਮ ਯੂਜ਼ ਕੀਤੀ ਆ। ਹੁਣ ਇਹਨਾਂ ਨੇ ਕਿਹਾ ਸੀਗਾ ਵੀ ਬੱਚਾ ਜਿਹੜਾ ਡਿਸਕਵਰ ਕਰਕੇ ਸਿੱਖੂਗਾ ਖੁਦ, ਓਨਾ ਹੀ ਬਿਹਤਰ ਬਣੂਗਾ। ਡਿਸਕਵਰੀ ਮੈਥਡ ਨੂੰ ਇਹਨਾਂ ਨੇ ਸਪੋਰਟ ਕੀਤਾ ਸੀਗਾ। ਇਹਦੇ ਓਬਜੈਕਟਿਵਸ ਕੀ ਨੇ? ਹੁਣ ਮੇਨ ਇਹਦੇ ਓਬਜੈਕਟਿਵ ਦੀ ਗੱਲ ਕਰ ਲੈਂਦੇ ਆਪਾਂ ਡਿਸਕਵਰੀ ਮੈਥਡ ਦੇ। ਹੁਣ ਇਹਦਾ ਓਬਜੈਕਟਿਵ ਇਹ ਆ ਵੀ ਬੱਚਾ ਜਿਹੜਾ ਖੁਦ ਕਰਕੇ ਸਿੱਖੂਗਾ ਤਾਂ ਓਨਾ ਹੀ ਉਹ ਪ੍ਰੋਫੀਸ਼ੀਐਂਟ ਹੋਊਗਾ, ਮਤਲਬ ਉਹਨੂੰ ਓਨਾ ਹੀ ਜ਼ਿਆਦਾ ਨੌਲੇਜ ਹੋਊਗੀ ਜਦੋਂ ਡਿਸਕਵਰ ਕਰੂ ਚੀਜ਼ਾਂ ਨੂੰ, ਖੁਦ ਡਿਸਕਵਰ ਕਰੂ ਆਸੇ ਪਾਸੇ ਆਲੇ ਦੁਆਲੇ ਨੂੰ। ਅਤੇ ਹੁਣ ਜੇ ਇਹਦੇ ਸਟੈਪਸ ਦੀ ਗੱਲ ਕਰ ਲਈਏ ਆਪਾਂ ਡਿਸਕਵਰੀ ਮੈਥਡ ਦੇ ਸਟੈਪਸ ਦੇ, ਤਾਂ ਇਹਦੇ ਕੁੱਲ 5 ਸਟੈਪ ਨੇ। ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ ਆਪਾਂ ਸਾਰਿਆਂ ਨੂੰ। ਇਹਦੇ ਟੋਟਲ ਹੈਗੇ ਨੇ 5 ਸਟੈਪ। ਪਹਿਲੇ ਦੀ ਗੱਲ ਕਰ ਲਾਂ, ਪਹਿਲਾ ਕਹਿੰਦਾ ਆਪਾਂ ਨੂੰ ਕ੍ਰੀਏਸ਼ਨ ਆਫ ਪ੍ਰੋਬਲਮ। ਵੈਸੇ ਬਿਲਕੁਲ ਉਹਦੇ ਵਰਗਾ ਜਿਹੜਾ ਆਪਾਂ ਪਹਿਲਾਂ ਐਕਸਪੈਰੀਮੈਂਟ ਮੈਥਡ ਦੇ ਕੀਤੇ ਸੀ ਨਾ ਸਟੈਪ, ਤਾਂ ਇਹ ਜਮਾਂ ਉਹਦੇ ਵਰਗਾ, ਬਸ ਥੋੜ੍ਹਾ ਜਿਹਾ ਫਰਕ ਆ, ਧਿਆਨ ਨਾਲ ਸਮਝਣਾ। ਕ੍ਰੀਏਸ਼ਨ ਆਫ ਪ੍ਰੋਬਲਮ, ਹੁਣ ਇਸ ਸਟੈਪ ਦੇ ਵਿੱਚ ਕੀ ਕਰਦਾ ਟੀਚਰ, ਬੱਚੇ ਸਾਹਮਣੇ ਇੱਕ ਪ੍ਰੋਬਲਮ ਰੱਖਦਾ, ਉਹਨੂੰ ਦੱਸਦਾ ਨਹੀਂ ਹਜੇ ਕੁਛ ਬਾਰੇ, ਬਸ ਸਿਰਫ ਪ੍ਰੋਬਲਮ ਰੱਖਦਾ ਬੱਚੇ ਸਾਹਮਣੇ। ਬੱਚਾ ਪਹਿਲਾਂ ਪ੍ਰੋਬਲਮ ਨੂੰ ਜਾਣਦਾ, ਬਸ ਜਸਟ ਐਜ਼ ਅ ਟੀਚਰ ਆਪਾਂ ਕੀ ਕਰਨਾ ਇਸ ਮੈਥਡ ਦੇ ਵਿੱਚ, ਡਿਸਕਵਰੀ ਮੈਥਡ ਦੇ ਵਿੱਚ ਸਿੱਧਾ ਬੱਚੇ ਸਾਹਮਣੇ ਪ੍ਰੋਬਲਮ ਰੱਖ ਦੇਣੀ ਹੈ ਇੱਕ। ਉਸ ਤੋਂ ਬਾਅਦ ਫਿਰ ਸੈਕਿੰਡ ਸਟੈਪ ਕੀ ਹੋਊਗਾ, ਡਿਸਕਵਰੀ ਆਫ ਫੈਕਟਸ। ਡਿਸਕਵਰੀ ਆਫ ਫੈਕਟਸ, ਹੁਣ ਬੱਚੇ ਨੇ ਪਹਿਲਾਂ ਪ੍ਰੋਬਲਮ ਦੇਖ ਲਈ, ਉਸ ਤੋਂ ਬਾਅਦ ਕੀ ਹੈ ਟੀਚਰ ਕੀ ਕਰੂਗਾ, ਉਹਦੇ ਸਾਹਮਣੇ ਅਲੱਗ-ਅਲੱਗ ਬੁੱਕਸ ਕਹਿ ਲਓ, ਡਿਵਾਈਸਿਸ ਕਹਿ ਲਓ, ਜਾਂ ਹੋਰ ਇਕਵਿਪਮੈਂਟ ਜਿਹੜੇ ਹੋਣਗੇ ਜਿਹੜੀ ਹੈਲਪ ਕਰਨਗੇ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਿੱਚ, ਉਹਨੂੰ ਪ੍ਰੈਜੈਂਟ ਕਰਾਂਗੇ ਆਪਾਂ, ਉਹਦੇ ਸਾਹਮਣੇ ਰੱਖਾਂਗੇ। ਹੁਣ ਇਹਦੇ ਨਾਲ ਹੋਊਗਾ ਕਿ ਸਿਰਫ ਬੱਚੇ ਨੂੰ ਇਹਦੇ ਨਾਲ ਇਹ ਨਹੀਂ ਕਿ ਆਪਾਂ ਸਿਰਫ ਗਾਈਡ ਹੀ ਕਰ ਰਹੇ ਹਾਂ, ਪਰ ਉਹ ਇੱਕ ਤਰ੍ਹਾਂ ਦੀ ਇਹਨੂੰ ਕਲੈਕਸ਼ਨ ਵੀ ਪਤਾ ਲੱਗੀ ਜਾਂਦੀ ਹੈ ਵੀ ਇਹ ਜੀ ਹੁਣ ਇਹ ਜਿਸ ਟਾਈਪ ਦੀ ਪ੍ਰੋਬਲਮ ਆ ਉਸ ਟਾਈਪ ਦੀ ਕਲੈਕਸ਼ਨ ਉਹਦੇ ਸਾਹਮਣੇ ਆਪਾਂ ਪ੍ਰੈਜੈਂਟ ਕਰਾਂਗੇ। ਹੁਣ ਆਪਾਂ ਤਾਂ ਜਸਟ ਉਹਨੂੰ ਡਾਟਾ ਇਕੱਠਾ ਕਰਕੇ ਦਿੱਤਾ, ਲੱਭਣਾ ਤਾਂ ਬੱਚੇ ਨੇ ਹੀ ਆ ਨਾ। ਤਾਂ ਇਹ ਹੋ ਗਿਆ ਸੈਕਿੰਡ, ਡਿਸਕਵਰੀ ਆਫ ਫੈਕਟਸ। ਥਰਡ ਆ ਜਾਂਦਾ ਫਾਰਮੇਸ਼ਨ ਆਫ ਹਾਈਪੋਥੇਸਿਸ। ਫਾਰਮੇਸ਼ਨ ਆਫ ਹਾਈਪੋਥੇਸਿਸ ਵੈਸੇ ਜਮਾ ਉਹਦਾ ਹੈਗਾ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜਿਵੇਂ ਪਹਿਲਾਂ ਕੀਤਾ ਆਪਾਂ। ਹਾਈਪੋਥੇਸਿਸ ਉਹੀ ਹੈ ਵੀ ਇਸ ਸਟੈਪ ਦੇ ਵਿੱਚ ਜਿਹੜੇ ਬੱਚੇ ਨੇ ਉਹ ਕੀ ਕਰਨਗੇ, ਅਲੱਗ-ਅਲੱਗ ਹਾਈਪੋਥੇਸਿਸ ਲਗਾਉਣਗੇ ਪ੍ਰੋਬਲਮ ਦੇ ਸੋਲੂਸ਼ਨ ਨੂੰ ਲੈ ਕੇ, ਅਲੱਗ-ਅਲੱਗ ਡਾਟਾ ਇਕੱਠਾ ਕਰਨਗੇ, ਉਹਦੇ ਵਿੱਚ ਵੀ ਹਾਈਪੋਥੇਸਿਸ ਲਗਾਉਣਗੇ ਵੀ ਇਹ ਸਹੀ ਆ, ਇਹ ਸਹੀ ਆ। ਫਿਰ ਫੋਰਥ ਦੇ ਵਿੱਚ ਟੈਸਟ ਕਰਨਗੇ ਉਹੀ ਹਾਈਪੋਥੇਸਿਸ ਨੂੰ ਜਿਹੜੀਆਂ ਉਹਨਾਂ ਨੇ ਲੱਭੀਆਂ ਹੋਣਗੀਆਂ, ਉਹਨੂੰ ਵੈਰੀਫਾਈ ਕਰਕੇ ਦੇਖਣਗੇ, ਚੈੱਕ ਕਰਨਗੇ ਡਾਟੇ ਨੂੰ, ਉੱਤੇ ਐਕਸਪੈਰੀਮੈਂਟ ਕਰਕੇ ਦੇਖਣਗੇ ਡਾਟੇ ਦੇ ਉੱਤੇ, ਤਾਂ ਕਿਹੜੀ ਇਨਫੋਰਮੇਸ਼ਨ ਫਾਲਸ ਆ, ਕਿਹੜੀ ਇਨਫੋਰਮੇਸ਼ਨ ਜਿਹੜੀ ਸਹੀ ਹੈਗੀ ਆ, ਉਹਦੇ ਉੱਤੇ ਉਹਨੂੰ ਟੈਸਟ ਕਰਕੇ ਦੇਖਣਗੇ। ਫਿਰ ਲਾਸਟ ਆ ਜਾਂਦੀ ਹੈ ਡਰਾਇੰਗ ਕਨਕਲੂਜਨ, ਮਤਲਬ ਫਿਰ ਉਹ ਕੀ ਪਹੁੰਚ ਜਾਣਗੇ ਐਂਡ 'ਤੇ, ਕਨਕਲੂਜਨ ਦੇ ਉੱਤੇ ਪਹੁੰਚ ਜਾਣਗੇ। ਆਪਦੀ ਜਿਹੜੀ ਆ ਟਰੂ ਹਾਈਪੋਥੇਸਿਸ ਜਿਹੜੀ ਆ ਉਹਦੀ, ਉਹਨੂੰ ਜਿਹੜੀ ਫਾਲਸ ਹੋਊਗੀ ਉਹਨੂੰ ਨਕਾਰ ਦੇਣਗੇ, ਟਰੂ ਨੂੰ ਉਹ ਸੱਚ ਮੰਨ ਲੈਣਗੇ। ਤਾਂ ਇਹ ਸੀਗਾ ਆਪਣਾ ਡਰਾਇੰਗ ਕਨਕਲੂਜਨ ਵਾਲਾ। ਅਤੇ ਇਸ ਤੋਂ ਬਾਅਦ ਇਹਦੇ ਪ੍ਰਿੰਸੀਪਲ ਦੀ ਗੱਲ ਕਰ ਲੈਂਦੇ ਆਪਾਂ, ਸਿਧਾਂਤਾਂ ਦੀ। ਹੁਣ ਇਹਦੇ ਸਿਧਾਂਤ ਦੀ ਗੱਲ ਕਰੀਏ ਤਾਂ ਪਹਿਲਾਂ ਆ ਜਾਂਦਾ ਆਪਣੇ ਕੋਲ ਲਰਨਿੰਗ
ਰਿਮੇਨਸ ਐਕਟਿਵ। ਤੇ ਜਿਹੜੇ ਲਰਨਰ ਕੀ ਨੇ ਹਮੇਸ਼ਾ ਐਕਟਿਵ ਰਹਿਣਗੇ। ਹੁਣ ਜੇ ਬੱਚੇ ਨੂੰ ਆਪਾਂ ਖੁਦ ਕਰਨ ਨੂੰ ਦਿੱਤਾ ਕੋਈ ਕੰਮ ਤਾਂ ਉਹਦੇ 'ਚ ਉਹਦੀ ਇਨਵੋਲਵਮੈਂਟ ਵੱਧ ਰਹੂਗੀ ਬਜਾਏ ਲੈਕਚਰ ਨੂੰ ਸੁਣਨ ਦੇ। ਲੈਕਚਰ ਨੂੰ ਸੁਣਨਾ ਉਹਦੇ ਲਈ ਕਾਫੀ ਵਾਰੀ ਬੋਰਿੰਗ ਵੀ ਹੋ ਜਾਊਗਾ, ਜਦੋਂ ਧਿਆਨ ਵੀ ਪਾਸੇ ਹੋ ਸਕਦਾ। ਪਰ ਇੱਥੇ ਕੀ ਹੈ, ਡਿਸਕਵਰੀ ਮੈਥਡ ਦੇ ਵਿੱਚ ਉਹ ਪੂਰੀ ਤਰ੍ਹਾਂ ਐਕਟਿਵ ਰਹੂਗਾ, ਪੂਰੀ ਤਰ੍ਹਾਂ ਪਾਰਟੀਸਪੇਸ਼ਨ ਦਿਖਾਊਗਾ ਆਪਦੀ ਖੁਦ ਦੀ। ਸੈਕਿੰਡ ਆ ਜਾਊਗਾ, ਉਹ ਫੈਕਟਸ ਨੂੰ ਲਰਨ ਕਰੂਗਾ, ਅੰਡਰਸਟੈਂਡ ਕਰੂਗਾ। ਮਤਲਬ ਇਹ ਨਹੀਂ ਕਿ ਰੱਟਾ ਮਾਰੂਗਾ, ਸਿਰਫ ਉਹ ਕੀ ਅੰਡਰਸਟੈਂਡ ਕਰੂਗਾ, ਖੁਦ ਲੱਭੂਗਾ, ਖੁਦ ਦੇਖੂਗਾ, ਤਾਂ ਉਹਦੇ ਚੀਜ਼ਾਂ ਜ਼ਿਆਦਾ ਯਾਦ ਰਹਿਣਗੀਆਂ। ਫਿਰ ਥਰਡ ਦੀ ਗੱਲ ਕਰ ਲਈਏ, ਥਰਡ ਦੇ ਵਿੱਚ ਕੀ ਆ, ਇੱਥੇ ਪ੍ਰਿੰਸੀਪਲ ਆਫ ਅਸਿਮੀਲੇਸ਼ਨ ਲੱਗੂਗਾ। ਮਤਲਬ ਹੁਣ ਜਿੱਥੇ ਉਹ ਡਾਟਾ ਇਕੱਠਾ ਕਰ ਰਿਹਾ ਹੋਊਗਾ, ਆਪਦਾ ਨਵੀਂ ਇਨਫੋਰਮੇਸ਼ਨ ਆਪਦੀ ਇਕੱਠੀ ਕਰ ਰਿਹਾ, ਤਾਂ ਉਹਦੇ ਦਿਮਾਗ ਦੇ ਵਿੱਚ ਉਹਨੂੰ ਪਤਾ ਨਹੀਂ ਲੱਗੂਗਾ, ਕਦੋਂ ਉਹਦੀ ਇਨਫੋਰਮੇਸ਼ਨ ਜਿਹੜੀ ਆ ਫੀਡ ਹੋਈ ਜਾਊਗੀ। ਤਾਂ ਇਹ ਸਿਖਾਉਣ ਲਈ ਬੈਸਟ ਮੈਥਡ ਆ ਅਸਿਮੀਲੇਸ਼ਨ। ਆਪਾਂ ਪੜ੍ਹਿਆ ਸੀ ਕੀ ਹੁੰਦਾ, ਆਪਦੀ ਨੌਲੇਜ ਸਮਾਹਿਤ ਕਰਨਾ, ਆਪਦੇ ਦਿਮਾਗ ਦੇ ਵਿੱਚ ਨੌਲੇਜ ਇਕੱਠੀ ਕਰਨਾ। ਫਿਰ ਫੋਰਥ ਦੀ ਗੱਲ ਕਰ ਲਈਏ, ਫੋਰਥ ਪ੍ਰਿੰਸੀਪਲ ਸਿਧਾਂਤ ਕੀ ਕਹਿੰਦਾ ਆਪਾਂ ਨੂੰ, ਇਹਦੇ ਵਿੱਚ ਕੀ ਉਹਦੀ ਥਿੰਕਿੰਗ ਜਿਹੜੀ ਡਾਇਵਰਜੈਂਟ ਹੋਊਗੀ, ਕਿਉਂਕਿ ਉਹ ਸੋਲੂਸ਼ਨ ਅਲੱਗ-ਅਲੱਗ ਤਰੀਕੇ ਨਾਲ ਸੋਚ ਕੇ ਦੇਖੂਗਾ, ਇਨੋਵੇਟਿਵ ਤਰੀਕੇ ਨਾਲ, ਨਾ ਕਿਤੇ ਥਿੰਕਿੰਗ ਜਿਹੜੀ ਉਹਦੀ ਡਾਇਵਰਜੈਂਟ ਹੋਊਗੀ। ਫਿਰ ਉਸ ਤੋਂ ਬਾਅਦ ਜਿਹੜੀ ਐਡਵਾਂਟੇਜ ਦੀ ਗੱਲ ਕਰ ਲੈਂਦੇ ਆਪਾਂ, ਇਹਦੇ ਕੀ ਫਾਇਦੇ ਨੇ ਇਸ ਮੈਥਡ ਦੇ। ਸਭ ਤੋਂ ਪਹਿਲਾਂ ਇਹਦਾ ਫਾਇਦਾ ਇਹ ਹੈਗਾ ਵੀ ਉਹ ਫੈਕਟਸ ਨੂੰ, ਜਿੰਨੇ ਵੀ ਸੋਸ਼ਲ ਫੈਕਟਸ ਹੁੰਦੇ ਨੇ, ਉਹਨਾਂ ਨੂੰ ਈਜ਼ੀਲੀ ਅੰਡਰਸਟੈਂਡ ਕਰੂਗਾ। ਫੈਕਟਸ ਨੂੰ ਕੀ ਕਰੂਗਾ, ਅੰਡਰਸਟੈਂਡ ਕਰੂਗਾ ਈਜ਼ੀਲੀ, ਵਿਦਆਊਟ ਐਨੀ ਐਫਰਟ ਕਹਿ ਸਕਦੇ ਆਪਾਂ, ਅਸਿਮੀਲੇਟਡ ਈਜ਼ੀਲੀ ਹੋ ਜਾਂਦੀ ਆ। ਸੈਕਿੰਡ ਗੱਲ ਕਰੀਏ, ਕ੍ਰੀਏਟਿਵ ਥਿੰਕਿੰਗ ਬੱਚੇ ਅੰਦਰ ਡਿਵੈਲਪ ਹੁੰਦੀ ਆ। ਲਰਨਿੰਗ ਕੀ ਹੋ ਜਾਂਦੀ ਆ ਉਹਦੇ ਲਈ, ਕ੍ਰੀਏਟਿਵ ਹੋ ਜਾਂਦੀ ਆ ਉਹਦੀ ਲਰਨਿੰਗ ਜਿਹੜੀ ਆ, ਥਿੰਕਿੰਗ ਜਿਹੜੀ ਆ ਕ੍ਰੀਏਟਿਵ ਹੋ ਜਾਂਦੀ ਆ ਬੱਚੇ ਦੀ। ਥਰਡ ਗੱਲ ਕਰੀਏ, ਉਹਦੀ ਜਿਹੜੀ ਐਬਿਲਿਟੀ ਆ ਕਿਸੇ ਚੀਜ਼ ਨੂੰ ਐਨਾਲਾਈਜ਼ ਕਰਨ ਦੀ, ਸਿੰਥੇਸਾਈਜ਼ ਕਰਨ ਦੀ, ਸੋਲੂਸ਼ਨ ਤੱਕ ਪਹੁੰਚਣ ਦੀ, ਇਵੈਲੂਏਸ਼ਨ ਕਰਨ ਦੀ, ਉਹ ਡਿਵੈਲਪ ਹੋ ਜਾਂਦੀ ਆ। ਫਿਰ ਫੋਰਥ ਲਾਸਟ ਪੁਆਇੰਟ ਦੀ ਗੱਲ ਕਰੀਏ, ਇਹਦੇ ਵਿੱਚ ਕੀ ਆ, ਉਹਦੀ ਕੋਗਨੀਟਿਵ ਜਿਹੜਾ ਆਰਡਰ ਆ ਹਾਈਅਰ ਹੋ ਜਾਂਦਾ, ਤੇ ਇਫੈਕਟਿਵ ਆਬਜੈਕਟਿਵ ਜਿਹੜੇ ਉਹਦੇ ਨੇ ਅਚੀਵ ਕਰ ਲੈਂਦਾ ਉਹ ਇਸ ਸਟ੍ਰੈਟਜੀ ਦੇ ਨਾਲ। ਤਾਂ ਉਹਦੇ ਜਿਹੜੇ ਆ ਆਰਡਰ ਆਫ ਕੋਗਨੀਟਿਵ ਤੇ ਇਫੈਕਟਿਵ ਆਬਜੈਕਟਿਵ ਦੇ ਉਹ ਵੀ ਅਚੀਵ ਹੋ ਜਾਂਦੇ ਨੇ। ਮਤਲਬ ਹਾਈਅਰ ਕਹਿ ਸਕਦੇ ਆ, ਹਾਈਅਰ ਆਰਡਰ ਦੀ ਕੋਗਨੀਟਿਵ ਤੇ ਇਫੈਕਟਿਵ ਐਬਿਲਿਟੀਜ਼ ਡਿਵੈਲਪ ਹੁੰਦੀਆਂ, ਇਹ ਹੁੰਦਾ। ਤਾਂ ਇਹ ਸੀਗਾ ਜੀ 4 ਐਡਵਾਂਟੇਜ ਇਹਦੀਆਂ। ਇਹ ਆਪਾਂ 3 ਮੈਥਡ ਕੀਤੇ ਹੁਣ ਤੱਕ। ਪਹਿਲਾ ਮੈਥਡ ਸੀਗਾ ਆਪਣੇ ਕੋਲੇ ਆਬਜ਼ਰਵੇਸ਼ਨ ਮੈਥਡ, ਸੈਕਿੰਡ ਐਕਸਪੈਰੀਮੈਂਟ ਮੈਥਡ, ਫਿਰ ਹੈਗਾ ਡਿਸਕਵਰੀ ਮੈਥਡ। ਤਾਂ ਆਹ 3 ਮੈਥਡ ਕੀਤੇ ਨੇ। ਆਈ ਹੋਪ ਤੁਹਾਨੂੰ ਸਮਝ ਲੱਗੇ ਹੋਣਗੇ। ਇਹਨਾਂ ਵਿੱਚੋਂ ਜੋ ਕੁਝ ਇੰਪੋਰਟੈਂਟ ਹੈ ਸਾਰਾ ਕੁਝ ਦੱਸਿਆ ਮੈਂ ਤੁਹਾਨੂੰ। ਆਈ ਹੋਪ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਹੋਣਗੀਆਂ। ਜੇ ਤੁਹਾਨੂੰ ਵੀਡੀਓ ਪਸੰਦ ਆਈ ਇਹਨੂੰ ਲਾਈਕ ਕਰੋ, ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ। ਮਿਲਦੇ ਇੱਕ ਨਵੀਂ ਵੀਡੀਓ ਨਾਲ। ਟਿਲ ਦੈਨ ਸਟੇ ਸੇਫ ਐਂਡ ਫਾਈਨਲੀ ਥੈਂਕਸ ਫॉर ਵਾਚਿੰਗ।